ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰੂ ਪਿਆਰੀ ਗੁਰੂ ਸਵਾਰੀ ਸਮਾਨਯੋਗ ਸਾਧ ਸੰਗਤ ਜੀਓ, ਜਿਵੇਂ ਕਿ ਆਪ ਸਾਰੀਆਂ ਸੰਗਤਾਂ ਜਾਣਦੀਆਂ ਕਿ ਪੁਰਾਤਨ ਸਮਿਆਂ ਦੇ ਵਿੱਚ ਖਾਸ ਕਰਕੇ ਪਿੰਡਾਂ ਦੇ ਅੰਦਰ ਸਾਰੇ ਪਰਿਵਾਰਾਂ ਦੇ ਵਿੱਚ ਭੂਤ ਪ੍ਰੇਤਾਂ ਦੀਆਂ ਜਿਹੜੀਆਂ ਗੱਲਾਂ ਸੀਗੀਆਂ ਉਹ ਆਮ ਹੁੰਦੀਆਂ ਸੀਗੀਆਂ। ਲੇਕਿਨ ਇਹਨਾਂ ਗੱਲਾਂ ਦੇ ਵਿੱਚੋਂ ਜਿਹੜੀ ਸਭ ਤੋਂ ਵੱਧ ਗੱਲ ਜੋ ਵਿਸ਼ੇਸ਼ ਰੱਖਦੀ ਸੀ ਉਹ ਸੀ ਸਲੇਡਾ। ਸੋ ਸਲੇਡਾ ਜਿਹੜਾ ਹੈ ਨਾ, ਇਹ ਭੂਤ ਪ੍ਰੇਤਾਂ ਦੀ ਇੱਕ ਐਸੀ ਕਿਸਮ ਆ ਜਿਹਨੂੰ ਪੰਜਾਬ ਜਾਂ ਉੱਤਰੀ ਭਾਰਤ ਦੇ ਵਿੱਚ ਸਲੇਡਾ ਆਖਦੇ ਆ, ਅਤੇ ਦੱਖਣੀ ਭਾਰਤ ਦੇ ਵਿੱਚ ਇਹਨੂੰ ਬਹਿਰੂਪੀਆ ਭੂਤ ਵੀ ਕਹਿੰਦੇ ਆ। ਭਾਵ ਕੀ ਆ, ਇਹ ਉਹ ਪ੍ਰਾਣੀ ਹੈਗਾ ਜਿਹੜਾ ਆਪਣਾ ਰੂਪ ਜਿਹੜਾ ਹੈ ਨਾ ਸਮੇਂ ਸਮੇਂ ਦੇ ਵਿੱਚ ਜਦੋਂ ਜੀ ਚਾਹੇ ਇਹ ਬਦਲ ਲੈਂਦਾ ਹੈਗਾ। ਸੋ ਇਸ ਤਰ੍ਹਾਂ ਦੀਆਂ ਹਨ ਬਹੁਤ ਸਾਰੀਆਂ ਘਟਨਾਵਾਂ ਜਿਹਨਾਂ ਬੰਦਿਆਂ ਦੇ ਨਾਲ ਵਾਪਰੀਆਂ ਉਹਨਾਂ ਨੇ ਆਪਣੇ ਪਰਿਵਾਰਾਂ 'ਚ ਸਾਂਝੀਆਂ ਕੀਤੀਆਂ। ਇਹ ਸੀਨੇ ਬਸੀਨੇ ਗੱਲਾਂ ਜਿਹੜੀਆਂ ਚੱਲਦੀਆਂ ਆਈਆਂ, ਇਹਦੇ ਪਿੱਛੇ ਕੀ ਹਕੀਕਤ ਹੈਗੀ ਆ, ਆਓ ਆਪਾਂ ਹੈ ਨਾ ਗੁਰਬਾਣੀ ਦੀ ਰੋਸ਼ਨੀ ਦੇ ਵਿੱਚ ਇਸ ਚੀਜ਼ ਨੂੰ ਥੋੜ੍ਹਾ ਵਿਚਾਰਨ ਦਾ ਯਤਨ ਕਰਦੇ ਹਾਂ। ਜਿਵੇਂ ਆਪਾਂ ਖਾਸ ਕਰਕੇ ਦੇਖਦੇ ਹਾਂ ਕਿ ਜਦੋਂ ਅਕਾਲ ਪੁਰਖ ਨੇ ਸ੍ਰਿਸ਼ਟੀ ਨਹੀਂ ਸੀ ਸਾਜੀ, ਉਸ ਟਾਈਮ ਅਕਾਲ ਪੁਰਖ ਜਿਹੜੇ ਸੀ ਨਾ ਆਪਣੀ ਸੁੰਨ ਸਮਾਧੀ ਦੇ ਅੰਦਰ ਸ਼ਕਤੀ ਬੈਠੀ ਸੀਗੀ। ਕਿਉਂ ਸਾਨੂੰ ਗੁਰਬਾਣੀ ਦੱਸਦੀ ਹੈ ਕਿ ਕਈ ਯੁੱਗ ਵਰਤੇ ਗਵਾਰੇ ਤਾੜੀ ਲਈ ਅਪਰੰਪਾਰੇ, ਕਿ ਕਈ ਯੁੱਗ ਗਵਾਰ ਵਰਤਿਆ। ਭਾਵ ਕੀ ਆ ਕਿ ਜਿਹਦੀ ਖਬਰ ਕੋਈ ਨਹੀਂ, ਪਰ ਜਦੋਂ ਯੁੱਗਾਂ ਦੀ ਸ਼ੁਰੂਆਤ ਹੋਈ ਨਾ, ਜਾਂ ਵਾਹਿਗੁਰੂ ਨੇ ਜਦੋਂ ਸ੍ਰਿਸ਼ਟੀ ਬਣਾਈ ਆ, ਇਹ ਸ੍ਰਿਸ਼ਟੀ ਦੇ ਨਾਲ ਹੀ ਸਾਰਾ ਪਸਾਰਾ ਕਰ ਦਿੱਤਾ। ਪਰ ਕਿਉਂਕਿ ਇਸ ਪਸਾਰੇ ਨੂੰ ਉਹਨਾਂ ਟਾਈਮਾਂ ਦੇ ਵਿੱਚ ਸਾਡੇ ਮਹਾਂਪੁਰਖਾਂ ਨੇ, ਸਾਡੇ ਗੁਰੂ ਪੀਰਾਂ ਨੇ ਕਿਵੇਂ ਜਾਣਿਆ ਕਿ ਹਰੇਕ ਪਸਾਰੇ ਦੇ ਅੰਦਰ ਐਡਾ ਵੱਡਾ ਖਲਾਰਾ ਜੋ ਖਿਲਾਰਿਆ ਗਿਆ ਹੈਗਾ, ਇਸ ਖਿਲਾਰੇ ਦਾ ਵੀ ਕੋਈ ਅੰਤ ਨਹੀਂ ਹੈਗਾ। ਭਾਵੇਂ ਸਾਨੂੰ ਗੁਰਬਾਣੀ ਨੇ ਇਹ ਦੱਸਿਆ ਹੈਗਾ ਕਿ ਕਰੋੜਾਂ ਬ੍ਰਹਿਮੰਡ ਬਣਾ ਕੇ ਵਾਹਿਗੁਰੂ ਜੀ ਨੇ 84 ਲੱਖ ਜੂਨ ਬਣਾਈ ਹੈਗੀ ਆ, ਅਤੇ ਇਹ ਵੀ ਦੱਸਿਆ ਹੈਗਾ ਵੀ ਇਹਦੇ ਵਿੱਚੋਂ ਅੱਧੀ ਜੂਨ ਜਿਹੜੀ ਉਹ ਪਾਣੀ ਦੇ ਅੰਦਰ ਹੈ ਅਤੇ ਅੱਧੀ ਜੂਨ ਬਾਹਰ ਹੈਗੀ ਆ। ਪਰ ਦੇਖੋ ਉਸ ਟਾਈਮ ਕਿਹੜਾ ਐਸਾ ਪੈਮਾਨਾ ਸੀਗਾ ਜਾਂ ਕਿਹੜੀ ਐਸ ਦੀ ਸਾਇੰਸ ਦੀਆਂ ਟੈਕਨੋਲੋਜੀਆਂ ਸੀਗੀਆਂ ਜਿਹਦੇ ਨਾਲ ਇਹ ਚੀਜ਼ ਜਾਣੀ ਦੱਸੀ ਗਈ ਆ। ਪਰ ਭਾਵ ਕੀ ਆ ਕਿ ਗੁਰਬਾਣੀ ਦੇ ਅੰਦਰ ਸਾਨੂੰ ਜੋ ਕੁਛ ਵੀ ਦੱਸਿਆ ਜਾਂਦਾ ਹੈ ਨਾ, ਇਹਦਾ ਭਾਵ ਇਹ ਹੈ ਕਿ ਉਹਨਾਂ ਮਹਾਂਪੁਰਖਾਂ ਦੇ ਜਿਹੜੇ ਆਪਣੇ ਜਾਤੀ ਅਨੁਭਵ ਹਨ ਨਾ, ਉਹਨਾਂ ਸਾਰਿਆਂ ਦਾ ਇੱਕ ਸਿੱਟਾ ਜੋ ਸਾਨੂੰ ਗੁਰਬਾਣੀ ਦੇ ਵਿੱਚੋਂ ਪ੍ਰਾਪਤ ਹੁੰਦਾ ਹੈਗਾ। ਭਾਵ ਕੀ ਆ, ਜਿਹੜੇ ਮਹਾਂਪੁਰਖ ਹੁੰਦੇ ਆ ਨਾ, ਇਹ ਭੂਤ ਅਤੇ ਭਵਿੱਖ ਦੋਨਾਂ ਦੀ ਖਬਰ ਰੱਖਦੇ ਆ। ਇਹ ਬਸ ਕਿਉਂਕਿ ਅੱਜ ਦੀ ਸਾਇੰਸ ਇਹ ਵੀ ਮੰਨਦੀ ਆ ਕਿ ਅਸੀਂ ਆਪਣੀ ਦਿਮਾਗ ਦੀ ਜਿਹੜੀ ਸੁਰਤ ਵਾ ਹੈ ਨਾ, ਇਹਨੂੰ ਕਈ ਹਜ਼ਾਰ ਸਾਲ ਪਿੱਛੇ ਵੀ ਲਿਜਾ ਸਕਦੇ ਹਾਂ, ਅਤੇ ਇਸ ਸੁਰਤ ਨੂੰ ਫਿਰ ਕਈ ਹਜ਼ਾਰ ਸਾਲ ਅੱਗੇ ਆਉਣ ਵਾਲੀ ਜੋ ਦੁਨੀਆ ਹੈਗੀ ਆ ਉਹਦੇ ਵਿੱਚ ਵੀ ਲਿਜਾ ਸਕਦੇ ਹਾਂ। ਪਰ ਸਾਇੰਸ ਭਾਵੇਂ ਇਹਦੇ ਬਾਰੇ ਕਾਮਯਾਬ ਨਹੀਂ ਹੋਈ, ਪਰ ਇਹ ਜ਼ਰੂਰ ਮੰਨਦੀ ਆ ਕਿ ਇਸ ਤਰ੍ਹਾਂ ਹੁੰਦਾ ਹੈਗਾ। ਸੋ ਇਹਦਾ ਭਾਵ ਇਹ ਹੈਗਾ ਕਿ ਸਾਡੀ ਜਿਹੜੀ ਖੋਜ ਆ ਜਾਂ ਸਾਇੰਸ ਦੀ ਜਿਹੜੀ ਖੋਜ ਆ ਹੈ ਨਾ, ਇਸ ਖੋਜ ਤੋਂ ਅੱਜ ਤੋਂ ਹਜ਼ਾਰਾਂ ਸਾਲ ਪਹਿਲਾਂ ਮਹਾਂਪੁਰਖਾਂ ਦੇ ਜੋ ਜਾਤੀ ਅਨੁਭਵ ਆ ਉਹ ਦੱਸਦੇ ਆ ਕਿ ਵਾਹਿਗੁਰੂ ਜੀ ਨੇ ਜਿੱਥੇ 84 ਲੱਖ ਜੂਨਾਂ ਬਣਾਈਆਂ, ਇੱਕ ਇੱਕ ਜੂਨ ਦੇ ਵਿੱਚ ਬਹੁਤ ਤਰ੍ਹਾਂ ਦੀਆਂ ਕਿਸਮਾਂ ਵੀ ਬਣਾਤੀਆਂ। ਜਿਵੇਂ ਮੱਛੀ ਦੀ ਜੂਨ ਹੈ, ਇਸ ਮੱਛੀ ਦੀ ਜੂਨ ਦੇ ਵਿੱਚ ਦੇਖੋ ਕਿੰਨੇ ਪ੍ਰਕਾਰ ਦੀਆਂ ਮੱਛੀਆਂ। ਇੱਕ ਮੱਛਰ ਹੈ ਤਾਂ ਇੱਕ ਮੱਛਰੀ, ਇਸ ਮੱਛਰ ਦੇ ਵਿੱਚ ਕਿੰਨੇ ਪ੍ਰਕਾਰ ਦੀਆਂ ਕਿਸਮਾਂ ਮੱਛਰ ਦੀਆਂ ਸਾਇੰਸ ਅੱਜ ਦੱਸਦੀ ਆ ਕਿ ਉਹ ਦੇਖ ਕੇ ਦੰਗ ਰਹਿ ਜਾਂਦੀ ਹੈ ਕਿ ਐਸਾ ਕਿਹੜੀ ਵਿਚਿੱਤਰ ਜਿਹੜੀ ਲੀਲਾ ਹੈਗੀ ਹੈ ਜਿਹਦਾ ਹਿਸਾਬ ਕਿਤਾਬ ਕੋਈ ਪਤਾ ਨਹੀਂ ਲੱਗਦਾ। ਇਸੇ ਤਰ੍ਹਾਂ ਹੈ ਨਾ, ਇਹ ਜਿਹੜੀ ਭੂਤਾਂ ਪ੍ਰੇਤਾਂ ਦੀ ਜੂਨ ਹੁੰਦੀ ਆ, ਇਹਦੇ ਅੰਦਰ ਵੀ ਗੁਰਬਾਣੀ ਦੱਸਦੀ ਆ ਕਿ ਇੱਕ ਨਹੀਂ ਬਹੁਤ ਤਰ੍ਹਾਂ ਦੀਆਂ ਕਿਸਮਾਂ ਹੈਗੀਆਂ। ਜਿਵੇਂ ਸਾਨੂੰ ਗੁਰਬਾਣੀ ਦੇ ਵਿੱਚ ਸੁਭਾਵਿਕ ਹੀ ਪ੍ਰਮਾਣ ਪ੍ਰਾਪਤ ਹੋ ਜਾਂਦੇ ਆ ਕਿ ਪਸ਼ੂ ਪੰਛੀ ਭੂਤ ਔਰ ਪ੍ਰੇਤਾ। ਕਹਿੰਦੇ ਦੇਖੋ ਪਸ਼ੂ ਵੀ ਆ, ਪੰਛੀ ਵੀ ਆ, ਭੂਤ ਤੇ ਪ੍ਰੇਤ ਵਾ, ਬਹੁ ਬਿਧ ਜੋਨੀ ਫਿਰਤ ਅਨੰਤਾ। ਕਹਿੰਦੇ ਇਹਦੇ ਵਿੱਚ ਬਹੁਤ ਤਰ੍ਹਾਂ ਦੀਆਂ ਜੋਨੀਆਂ, ਭਾਵ ਕੀ ਆ ਕਿਸਮਾਂ ਇਹਦੇ ਵਿੱਚ ਪਾਈਆਂ ਜਾਂਦੀਆਂ, ਅਤੇ ਇਹ ਵੀ ਜਿਹੜੀਆਂ ਹਰੇਕ ਚੀਜ਼ ਇਹ ਵੀ ਆਵਾਗੁਣ ਤੁਰੀ ਫਿਰਦੀ ਆ। ਸੋ ਜਿਵੇਂ ਆਪਾਂ ਦੇਖਦੇ ਹਾਂ ਕਿ ਇੱਕ ਨਾਗ ਹੈਗਾ ਹੈ ਤਾਂ ਇੱਕ ਜੂਨ ਸੱਪ ਦੀ, ਲੇਕਿਨ ਇਸ ਸੱਪ ਦੀ ਜੂਨ ਦੇ ਵਿੱਚ ਅੱਜ ਜਿਵੇਂ ਆਪਾਂ ਦੇਖਦੇ ਹਾਂ ਕਿ ਸਾਇੰਸ ਨੇ ਕਈਆਂ ਕਿਸਮਾਂ ਦੇ ਨਾਗਾਂ ਦੀ ਸਾਨੂੰ ਜਾਣਕਾਰੀ ਦਿੱਤੀ ਹੈ ਵੀ ਕਈ ਤਰ੍ਹਾਂ ਦੇ ਸੱਪ ਹੁੰਦੇ ਆ, ਲੇਕਿਨ ਇਹਨਾਂ ਸੱਪਾਂ ਦੇ ਵਿੱਚੋਂ ਹੈ ਨਾ ਇੱਕ ਜੋ ਵਿਸ਼ੇਸ਼ ਸੱਪ ਹੈਗਾ ਉਹ ਭਾਵੇਂ ਅੱਜ ਸਾਇੰਸ ਨੂੰ ਨਹੀਂ ਮਿਲਿਆ, ਪਰ ਸਾਡੇ ਜਿਹੜੇ ਪੁਰਾਤਨ ਜੋ ਗੁਰਮੁਖ ਪਿਆਰੇ ਆ ਜਾਂ ਉਹ ਘਰਾਂ ਦੇ ਵਿੱਚ ਇਨਸਾਨ, ਉਹਨੇ ਦੱਸਿਆ ਕਿ ਇੱਕ ਇਹਨਾਂ ਸੱਪਾਂ ਦੇ ਵਿੱਚੋਂ ਸਭ ਤੋਂ ਜਿਹੜੀ ਸ੍ਰੇਸ਼ਟ ਜੂਨ ਆ ਉਹ ਹੈ ਇੱਛਾਧਾਰੀ ਨਾਗ। ਸੋ ਇਹਨਾਂ ਇੱਛਾਧਾਰੀ ਨਾਗ ਦੇ ਉੱਤੇ ਇੰਡੀਆ ਦੇ ਵਿੱਚ ਬਹੁਤ ਸਾਰੀਆਂ ਜਿਹੜੀਆਂ ਫਿਲਮਾਂ ਵੀ ਬਣਾਈਆਂ ਜਾਂਦੀਆਂ ਹੈਗੀਆਂ। ਭਾਵ ਕੀ ਆ, ਇਹ ਉਹ ਜਾਤੀ ਹੈਗੀ ਆ ਜਿਹੜਾ ਆਪਣਾ ਸਲੇਡੇ ਵਾਂਗੂ ਰੂਪ ਪਰਿਵਰਤਨ ਕਰ ਸਕਦੀ ਆ।
देखो ये जिहड़ा रूप परिवर्तन करना जे इन्हां जातियां दे विच भी है तो ये भूतां प्रेतां दी जूनां दे विच भी सुभाविक ही पाया जांदा। खास करके जिहड़ा सलेडा है ना, ये सलेडा आ अपने मन के हिसाब दे नाल किसी भी जून दे विच जां किसी भी रूप दे विच जा सकदा। इत्थों तक सानू जिहड़े है ना पुरातन बजुर्ग हैगे आ उन्हां ने दस्सिया हैगा कि जिहड़ा सलेडा है ना ये जूना तो रह ते चांदी दा रुपया तक भी बन जाता हैगा। क्यों बहुत सारिया घटनावां सानू पुरातन जो साडे बजुर्ग है ना उन्हां तो सुणन नूं मिलदियां। और सानू ये भी पता है कि साडे जिहड़े पुरातन बजुर्ग है ना वो झूठ नहीं बोलते हैगे। ये गल वखरी हैगी है कि असीं ये चीज़ां देखियां जां नहीं देखियां, पर सानू ये गल जिहड़ी है वो मननी ही पएगी कि जो इस संसार दे अंदर जां जो गुरबाणी दे विच सानू चीज़ मिलदी हैगी आ वो कदी झूठ नहीं हुंदी। भाव कि जिस चीज़ दा नाम है ना वो चीज़ जरूर हुंदी है। सो खास करके अपने खास मुल्क दे अंदर किसी भी चीज़ नूं इग्नोर कर देना जिहड़ा है ना ये एक छोटी जी गल है। पर खास करके पश्चिम लोकां दे विच पश्चिमी देशां दे विद्वानां दे अंदर जदों उन्हां नूं किसी न किसी चीज़ का इल्म हुंदा हैगा, ज्ञान हुंदा है, वो तद तक ज्ञान नूं नहीं छड्डदे जद तक वो उहदी तह दे विच ना चले जाण। इस करके अज कईयां मुल्कां दे अंदर भूतां प्रेतां दी खोज दे विच है ना कई सभा सोसाइटियां भी बणियां हैगियां जिहड़ी इस चीज़ की जां इस दुनिया की खोज सुभाविक करदियां रहिंदियां हैगियां। पर क्योंकि सानू खोज करन वास्ते मेहनत नहीं करनी पैंदी, इस करके सानू ये जिहड़ी चीज़ है ना ये महापुरखां की संगत तो सुभाव प्राप्त हो जाती है। क्योंकि सानू है ना जिवें गुरबाणी विच क्या है कि संत की सुन साची साखी सो बोले जो पिखे आखे। कहते संत की सच्ची गल सच्ची बाणी सुन वो बोलते हैं जिहड़ी चीज़ उन्होंने अखीं देखी हुंदी आ। इस करके सानू ये समझाया गया कि संत मिले कुछ सुनिए कहिए, मिले असंत मस्ट कर लईए। कहते अगर कोई संत मिलता है ना वो रूह जिहड़ी वाहिगुरू नाल जुड़ी आ, कहते उहदे नाल तां असीं किसी भी गल नूं शेयर कर सकते हैं, उनकी गल सुन सकते हैं तो अपनी गल नूं दस सकते हैं। पर जिहड़े वाहिगुरू तो टुटियां रूहां है ना कहते उन्हां दे नाल ये गल तुसीं शेयर करन तो संकोच ही करना चाहिदा हैगा। क्योंकि उन्हां नूं इस चीज़ का इल्म नहीं हुंदा। इस करके है ना ये जिहड़ी चीज़ हैगी आ ये बहुत गुप्त भेद जिह दे विच बहुत सारे राज जिहड़े वो छुपे हुंदे आ। पर क्योंकि गुरबाणी तो बड़ा कोई संत कोई महात्मा नहीं है, इस करके गुरबाणी दे अंदर इन्हां चीज़ां दे बारे है ना सानू बहुत तरह के इशारे सुभाविक ही प्राप्त हो जाते हैं। जिवें असीं साखी जिहड़ी है भाई गुरदास जी ने भी इस गल नूं बयान किया है कि जदों गुरु नानक साहब जिहड़े सीगे ये बटाले शहर दे विच आए आ, इत्थे है ना बाबे नानक दी जिहड़ी सी ये सिद्धां दे नाल जिहड़ी गोष्ठ होई सी, उस गोष्ठ दे विच सिद्ध जिहड़े सीगे है ना करोपे होए सी। इस करोपी दे विच उन्हां ने अपने तंत्रां मंत्रां दी धुनी जिहड़ी सी ऐसी जिहड़ी ਵਧਾਤੀ सीगी, भाव कि वो अपनियां जो शक्तियां सीगियां उन्हां नूं इस हिसाब नाल प्रगट कीता। कई जिहड़े कई सिद्ध सीगे वो शेर भी बन गए सी, चीते भी बन गए सी, कई पंखी फड़ के उड़न लग पे सी, कई पानी च तरन लग पे सी, कई भंगरनाथ वर्गे जिहड़े तारे तोड़न लग पे सी। भाव कि आ मनुखां दे अंदर भी ये शक्तियां जिहड़ियां है ना आम प्रगट हो जांदियां। खास करके वो सिद्ध जिन्हां ने ये चीज़ां नूं है ना साधिया हुंदा है, अपने अंदर प्रगट कर लिया हुंदा है। अगर वो अपने मन के भावां नाल अपनी मन की शक्ति दे नाल अपने अनेक रूप धारण कर सकते आ तो फिर ये जिहड़ियां जूनां हैगियां क्योंकि इन्हां दे अंदर तो फिर ये सारा है ना कुदरती सारा कुछ पाया जाता हैगा। हरेक चीज़ देखो हरेक चीज़ दे विच कुदरत वालों कोई ना कोई गुण जरूर हुंदा हैगा, जिस करके ये गुण है ना उहदे बरतावे तो सुभाव की प्रगट हो जाता है। सो इस करके बहुत सारे ऐसे आदमी हैं जिन्हां ने अपने समय दे विच जिहड़ियां ने ये चीज़ां सांझियां कीतियां हैगियां। इस करके गुरबाणी दे अंदर जो कहा गया है ना वो बिल्कुल सच हैगा। इस करके क्योंकि वाहिगुरू की रचना एक ऐसी विचित्र रचना हैगी है ना जिन्हों एक जन्म नहीं चाहे कोई लखां जन्म भी ले लवे है ना तो वो इनू समझ नहीं सकता हैगा। बस हाँ इन्ना जरूर है गुरबाणी विच सानू दस्सिया कि प्रभ कै सिमरन सब कुछ सूझे, कि जिहड़े प्राणी वाहिगुरू का सिमरन करते साधना करते उन्हां नूं इस गल की सोझी पै जाती आ। भाव कि आ उन्हां दा मन जिहड़ा ना इस गल उत्ते मन जाता है कि वाहिगुरू आप बेअंत आ, उहदी रचना बेअंत आ, तो उस बेअंत मालिक ने अपनी बेअंत रचना दे विच बेअंत ही ऐसे जिहड़े ना जीव जंतु पैदा कर दिते हैगे आ। ते इन्हां जीव जंतुआं दी जिहड़ी है ना बरतारे जां महिमा
वो भी अपरंपार है। ऐसा खेल है ये वाहिगुरु जी ने बनाया। सो आओ अज पहला है ना दास आप सारिया संगतां दे नाल कुछ ऐसे इंसान है जिन्हां ने अपने जीवन दे विच इस सलेडे दे नाल जो उन्हां दा वरतारा होया सीगा उन्हां ने ये गल्लां अपने परिवार च साझीआं कीतीआं सीगीआं। सो इन्हां दे विचों ना एक सरदार बंता सिंह जी होए आ जो गोरियां दे टाइम फौज दे विच जिहड़े सीगे वो सरकारी नौकरी करदे हुंदे सीगे। सो उन्हां ने भी जिहड़ा सी ना अपने एक वारी अपने इस घटना नूं विचित्र घटना जिहड़ी उन्हां ने होई सी उन्हां ने अपने परिवार दे विच कई बार सांझी कीती ते इस घटना नूं दास ने भी जिहड़ा है ना बहुत वारी सुणिया हैगा। वो दसदे सी कि जदों फौज दे विच हुंदे सीगे ते उन्हां दी ड्यूटी जिहड़ी है ना बर्मा साइड ते लगी हुंदी सी। एक बार दसदे आ कि वो किते जा रहे सी रस्ते दे विच उन्हां नूं एक बकरे दा है ना छोटा लेला मेमना जिहड़ा कहिंदे वो मिलिया। कहिंदे जदों मिलिया ते मैं आला दुआला देखिया ते कहिंदे पर मेरे मूहरे मैं करके तुरिया जा रहा सी। कहिंदे मैं आला दुआला देखिया मैं ये सोचा कि इत्थे कोई आदमी नहीं है लेकिन ये जिहड़ा छेला जां मेमना लेला हैगा इहनूं पता नहीं कौन छड्ड गया हैगा। फिर कहिंदे मैं सिख होण दे नाते मेरे मन च आया भी चलो ये छोटा बच्चा हैगा इहनूं चक के अपनी जूंट च लै जांदे आ ते उत्थे जाके फिर है ना इहदी मैं देखभाल जां पालन पोषण कर लैंदे आ। कहिंदे मैं सोच के है ना वो जिहड़ा बकरा दा बच्चा सीगा छोटा लेला कहिंदे मैं उहनूं चक के है ना अपने मोढे ते रख लिया। जदों कहिंदे मोढे ते रख लिया तो मैं अपनी मस्ती च तुरिया गया। हौली हौली कहिंदे मैनूं इस तरह पता नहीं लगा पर मेरे मन दे विच ये आई जदों उहदे जिहड़े पैर सी है ना जो जिहड़ियां लत्तां सी अगलियां ते पिछलियां लंमियां होणियां शुरू हो गईयां। जदों कहिंदे लंमियां होणियां शुरू होईयां तो हौली हौली जदों मेरे गोडियां दे विच उहदे जिहड़े खुर सीगे उस छेले दे कहिंदे जदों वज्जे तो कहिंदे मैं जद थल्ले निगाह मारी तो उहदियां लत्तां जिहड़ियां सी थल्ले काफ़ी लंमियां हो गईयां। तो मैं देखिया ये तो छोटा जिहा छेला इहदियां लत्तां इन्नियां किद्दां लंमियां हो गईयां। पर क्योंकि उस टाइम जिहड़े गुरसिख सी ना उन्हां टाइमां दे विच जिथे फौज च नौकरी करते होंदे सी उत्थे गुरबाणी दे भी जिहड़े पक्के धारने होंदे सी। क्यों गुरमत दा ज्ञान जिहड़ा सी ना उन्हां दे अंदर इस तह तक जिहड़ा सीगा दिलां दी गहराई दे विच हुंदा सीगा कि उन्हां नूं हरेक चीज़ दी समझ हुंदी सी। कहिंदे बस मैनूं समझण च देर नहीं लगी भी ये छेला आम छेला नहीं हैगा ये तां सलेडा हैगा। कहिंदे बस जदों ये मेरे मन च फुरना आया कहिंदे मैं चक के उस टाइम उन्हें जोर ना बगा के मारिया। जदों कहिंदे बगा के मारिया कहिंदे ज्यों ही बल खा के डिग्या उन्हें यकदम ही अपना जिहड़ा सीगा मानस का रूप अख्तियार कर लिया। जदों कहिंदे वो आदमी का रूप बन के मोहरे खड़ा होया तो कहिंदे फिर वो बोलिया कहन लगा कहिंदा भी देख यारां दे यार सलेडे कहिंदे क्योंकि मैं मजाकिया हिसाब दा सीगा तो मैं फिर उन्होंने कहता भी देख यारां दा रोड पटाका। कहिंदे ये घटना जिहड़ी सी मेरे नाल उन्हां टाइमां च होई सी जदों मैं फौज विच हुंदा सीगा। सो क्योंकि ये घटना जिहड़ी सी दास ने कई बारी सुनी भी सी। सो कहण तो भाव ये हैगा कि ऐसा एकांत जंगल बियाबान दे विच है ना इंसानां दे नाल बहुत सारियां घटनावां जिहड़ियां सुभाविक हो जांदियां है। खास करके पिंडां दे विच भी जिहड़ा है ये चीज़ आम असीं घरां 'च पुरातन समय 'च देखदे हुंदे सीगे। क्योंकि उन्हां टाइमां दे विच पिंडां दे विच स्पीकर नहीं सी हुंदे ना गुरबाणी दा प्रताप हुंदा सी। खास करके जिहड़े डंगर हुंदे सी घरां दे विच वो भी घट हुंदे सी। खूह दा पानी लगदा हुंदा सीगा। खूह दे पानी दे करके जिहड़े है ना 2-4 खेत हुंदे सी उन्हां दे विच ही वाही हुंदी सी। बाकी सारी जमीन बंजर ते अजाड़ हुंदी सी। इस करके इस बंजर ते अजाड़ जमीन दे विच है ना इन्हां चीज़ां दा बोलबाला बहुत रहिंदा सीगा। सो एक सज्जण जिहड़े सीगे वो भी दास नूं दसदे सीगे कि एक बार जदों वो किते रात नूं आ रहे सी ते रस्ते दे विच कहिंदे पहलां उन्हां ने है ना एक झोटा खड़ा देखिया है। कहिंदे झोटा खड़ा देखिया ते कहिंदे पहलां मैं समझिया सीगा भी शायद ये किसी दा जानवर खुला हैगा। पर जद अगे गया तो जद की देखिया वो जिहड़ा झोटा सीगा कहिंदे वो बौलद दा रूप बन के अगे खड़ गया हैगा। पर उस तो बाद कहिंदे उन्हें 2-4 रूप जदों कहिंदे मैनूं इस तरह दे दिखाले तो फिर कहिंदे मैनूं समझ लग गई भी ये जिहड़ी बार बार चीज़ मेरे सामने आ रही है दरअसल कोई आम जानवर नहीं हैगा ये सलेडा ही हो सकता हैगा। कहिंदे ये देख के है ना मेरे मन का जिहड़ा गुस्सा सीगा उन्हां टाइमां दे विच फिर ज़्यादा हो गया। जदों कहिंदे थोड़ा जिहा वो इंसान बन के मेरे मूहरे खड़ा तो कहिंदे मेरे हत्थ 'च सोटा सीगा मैं कहिंदे उहदे सोटा मारन वास्ते उहदे पिछे दौड़ा। कहिंदे वो नट्ठ के ना कमाद 'च जा वड़िया। बस कहिंदे वो कमाद दे विच अगे अगे तो मैं कहिंदे पिछे पिछे काफ़ी चिर कहिंदे मैं कमाद दे विच उहदी लड़ाई लाई आ। पर कहिंदे भी वो उस तो बाद फिर जिहड़ा सी मैनूं नज़र नहीं आया। अखीर कहिंदे मैं जद थक के घर आया तो कहिंदे फिर मैनूं वो
ਪਿੱਛੇ ਮੇਰੇ ਜਦ ਘਰ ਆਇਆ ਤੇ ਕਹਿੰਦੇ ਮੈਂ ਜਦ ਉੱਠ ਕੇ ਦੇਖਿਆ ਤੇ ਮੇਰੀ ਜਿਹੜੀ ਦਾਦੀ ਸੀ ਨਾ ਸਾਰੇ ਪਰਿਵਾਰ ਦੀਆਂ ਜਿਹੜੀਆਂ ਜੁੱਤੀਆਂ ਸੀਗੀਆਂ ਉਹ ਮੁੰਦੀਆਂ ਮਾਰਦੀ ਸੀਗੀ। ਤੇ ਕਹਿੰਦੇ ਫਿਰ ਉਹਨੇ ਆ ਕੇ ਬੋਲਿਆ ਸੀਗਾ ਕਿ ਇਹਨੇ ਅੱਜ ਮੇਰੀ ਦੌੜ ਬਹੁਤ ਜ਼ਿਆਦਾ ਕੱਢੀ ਹੈਗੀ। ਕਹਿੰਦੇ ਮੈਂ ਇਹਨੂੰ ਉੱਥੇ ਕੁਛ ਵੀ ਕਰ ਸਕਦਾ ਸੀਗਾ, ਪਰ ਕਹਿੰਦੇ ਇਹਦੇ ਕੋਲ ਨਾ ਭਜਨ ਬੰਦਗੀ ਦਾ ਪ੍ਰਤਾਪ ਹੋਣ ਕਰਕੇ ਕਹਿੰਦੇ ਵੀ ਮੈਂ ਇਹਨੂੰ ਆਪਣੇ ਹੱਥਾਂ ਵਿੱਚ ਨਹੀਂ ਲੈ ਸਕਿਆ। ਭਾਵ ਕੀ ਆ, ਜਿਹੜੇ ਪੁਰਾਤਨ ਇਨਸਾਨ ਹੁੰਦੇ ਸੀਗੇ ਉਹਨਾਂ ਦੇ ਵਿੱਚ ਗੁਰਬਾਣੀ ਦਾ ਬੜਾ ਪ੍ਰਤਾਪ ਹੁੰਦਾ ਸੀ। ਉਹਨਾਂ ਨੂੰ ਪਤਾ ਹੁੰਦਾ ਸੀਗਾ ਕਿ ਉਹਨਾਂ ਦੇ ਨਾਲ ਰਸਤੇ ਦੇ ਵਿੱਚ ਜਿੱਥੇ ਚੋਰ ਡਾਕੂਆਂ ਦਾ ਉਹਨਾਂ ਨੂੰ ਕੋਈ ਡਰ ਨਹੀਂ ਹੁੰਦਾ, ਇਹ ਚੀਜ਼ਾਂ ਜਿਹੜੀਆਂ ਹਨ ਉਹਨਾਂ ਨੂੰ ਰਸਤੇ ਵਿੱਚ ਜ਼ਿਆਦਾ ਡਰਾਉਂਦੀਆਂ ਹੈਗੀਆਂ। ਇਸ ਕਰਕੇ ਉਹ ਖਾਸ ਕਰਕੇ ਤੁਰੇ ਜਾਂਦੇ ਵੀ ਜਿਹੜੇ ਸੀ ਗੁਰਬਾਣੀ ਦਾ ਪਾਠ ਅਤੇ ਨੇਮ ਦੇ ਜਿਹੜਾ ਇਹ ਕਰਦੇ ਰਹਿੰਦੇ ਸੀਗੇ, ਤਾਂ ਜੋ ਉਹ ਸੰਸਾਰ ਦੇ ਵਿੱਚ ਨਾ ਨਿਰਭੈ ਹੋ ਕੇ ਵਿਚਰਦੇ ਰਹਿੰਦੇ ਸੀਗੇ। ਇਸੇ ਤਰ੍ਹਾਂ ਦੀਆਂ ਨਾ ਬਹੁਤ ਸਾਰੀਆਂ ਘਟਨਾਵਾਂ ਸਾਨੂੰ ਸੁਣਨ ਦੇ ਵਿੱਚ ਮਿਲਦੀਆਂ ਹੈਗੀਆਂ। ਸੋ ਇੱਕ ਘਟਨਾ ਜਿਹੜੀ ਸੀ ਕਿਸੇ ਜਾਣੀ ਕਿ ਐਸੇ ਤਾਂਤਰਿਕ ਨੇ ਦਾਸ ਨੂੰ ਜਿਹੜੀ ਸੀ ਉਹ ਸੁਣਾਈ ਸੀਗੀ, ਜੋ ਪੁਰਾਤਨ ਸੀਗੇ, ਜੋ ਦਾਸ ਦੇ ਹੈ ਨਾ ਕਾਫੀ ਕਰੀਬ ਵੀ ਰਹੇ ਆ। ਉਹਦੇ ਵਿੱਚ ਉਹਨੇ ਦੱਸਿਆ ਸੀਗਾ ਕਿ ਇਹ ਜਿਹੜਾ ਸਲੇਡਾ ਹੈਗਾ ਇਹ ਕਈ ਵਾਰੀ ਰੁਪਈਆ ਵੀ ਬਣ ਜਾਂਦਾ ਹੈਗਾ। ਕਹਿੰਦੇ ਇੱਕ ਵਾਰੀ ਇਸ ਤਰ੍ਹਾਂ ਨਾ ਇਹ ਰੁਪਈਆ ਬਣ ਕੇ ਕਿਸੇ ਚਾਂਦੀ ਦਾ ਡਿੱਗ ਕੇ ਪਿਆ ਸੀਗਾ, ਕਿਸੇ ਬੰਦੇ ਦੀ ਨਜ਼ਰ ਪਈ, ਉਹਨੇ ਕਹਿੰਦੇ ਚੱਕ ਕੇ ਆਪਣੀ ਜੇਬ ਦੇ ਵਿੱਚ ਪਾ ਲਿਆ ਸੀ ਇਹਨੂੰ। ਉਸ ਤੋਂ ਬਾਅਦ ਕਹਿੰਦੇ ਸੀ ਇਹ ਜੇਬ ਦੇ ਵਿੱਚੋਂ ਹੀ ਹੈ ਨਾ ਕਹਿੰਦੇ ਕਿ ਜਾਨਵਰ ਬਣ ਕੇ ਕਹਿੰਦੇ ਇਹ ਬੋਲ ਪਿਆ ਸੀਗਾ। ਜਦੋਂ ਕਹਿੰਦੇ ਬੋਲਿਆ ਤਾਂ ਕਹਿੰਦੇ ਫਿਰ ਮੈਨੂੰ ਪਤਾ ਲੱਗ ਗਿਆ ਵੀ ਇਹ ਜਿਹੜੀ ਚੀਜ਼ ਹੈਗੀ ਇਹ ਦੂਸਰਾ ਨਹੀਂ ਹੈ, ਇਹ ਤਾਂ ਸਲੇਡਾ ਹੈਗਾ। ਕਹਿੰਦੇ ਪਰ ਮੇਰੇ ਕੋਲ ਜੁਗਤੀ ਸੀ, ਮੈਂ ਉਸੇ ਟਾਈਮ ਇਹਦੇ ਜਿਹੜੇ ਸੀ ਵਾਲ ਪੱਟ ਲਏ ਸੀ। ਵਾਲ ਕਹਿੰਦੇ ਜਦੋਂ ਮੈਂ ਇਹਦੇ ਪੱਟੇ ਆ ਤਾਂ ਕਹਿੰਦੇ ਬਸ ਫਿਰ ਕੀ ਸੀ, ਕਹਿੰਦੇ ਮੈਨੂੰ ਇੰਨਾ ਪਤਾ ਸੀਗਾ ਕਿ ਇਸ ਚੀਜ਼ 'ਤੇ ਜਦੋਂ ਵਾਲ ਪੱਟ ਲਓ ਹੈ ਨਾ ਫਿਰ ਇਹ ਜਿਹੜੀ ਚੀਜ਼ ਆ ਬੱਸ ਵਿੱਚ ਆ ਜਾਂਦੀ। ਉਸ ਤੋਂ ਬਾਅਦ ਕਹਿੰਦੇ ਫਿਰ ਇਹ ਜਿਹੜਾ ਸਲੇਡਾ ਸੀਗਾ ਸਾਡੇ ਬੱਸ 'ਚ ਆ ਗਿਆ। ਕਹਿੰਦੇ ਮੈਂ ਘਰ ਲਿਜਾ ਕੇ ਹੈ ਨਾ ਇਹ ਜਿਹੜੇ ਵਾਲ ਸੀਗੇ ਇੱਕ ਜਗ੍ਹਾ ਸੰਦੂਕ ਦੇ ਵਿੱਚ ਲੁਕੋ ਕੇ ਰੱਖ ਦਿੱਤੇ ਸੀਗੇ। ਬਸ ਉਹ ਤੋਂ ਬਾਅਦ ਕਹਿੰਦੇ ਜਿਹੜਾ ਸਲੇਡਾ ਸੀਗਾ ਜਦ ਕਹਿੰਦੇ ਇਨਸਾਨ ਬਣ ਕੇ ਸਾਡੇ ਘਰ 'ਚ ਆਇਆ, ਕਹਿੰਦੇ ਅਸੀਂ ਹੈ ਨਾ ਇਹਨੂੰ ਨੌਕਰਾਂ ਦੀ ਤਰ੍ਹਾਂ ਵਰਤਿਆ ਹੁੰਦਾ ਸੀਗਾ। ਜਿਹੜਾ ਵੀ ਕੰਮ ਕਹਿਣਾ ਕਹਿੰਦੇ ਇਹਨੇ ਉਸੇ ਟਾਈਮ ਜਿਹੜਾ ਕਰੇ ਆਉਣਾ ਸੀ। ਖੈਰ ਕਹਿੰਦੇ ਸਾਨੂੰ ਪਤਾ ਸੀਗਾ, ਪਰ ਮੈਂ ਗੱਲ ਜਿਹੜੀ ਸੀ ਕਿਸੇ ਨਾਲ ਸਾਂਝੀ ਨਹੀਂ ਸੀ ਕੀਤੀ, ਕਿਉਂਕਿ ਮੇਰੇ ਮਨ 'ਚ ਇਹ ਸੀਗਾ ਕਿ ਅਗਰ ਇਹ ਗੱਲ ਪਰਿਵਾਰ 'ਚ ਸਾਂਝੀ ਕੀਤੀ ਜਾਵੇ ਹੋ ਸਕਦਾ ਕਿਸੇ ਨੂੰ ਤਰਸ ਆ ਜਾਵੇ ਸਮੇਂ ਦੇ ਵਿੱਚ, ਜਾਂ ਕੋਈ ਜਿਹੜਾ ਬੱਚਾ ਹੈਗਾ ਅਣਜਾਣ ਹੈਗਾ ਉਹਦੀ ਇਸ ਕਰਾਮਾਤ ਤੋਂ ਜਾਂ ਇਸ ਵਿਚਿੱਤਰ ਖੇਡ ਤੋਂ ਡਰ ਵੀ ਸਕਦਾ ਹੈਗਾ। ਪਰ ਕਹਿੰਦੇ ਉਹ ਜਿਹੜਾ ਸਲੇਡਾ ਸੀਗਾ ਜਿਹੜਾ ਸਾਡੇ ਘਰ ਦੇ ਵਿੱਚ ਨੌਕਰ ਸੀਗਾ ਇਸ ਤਾਂਘ 'ਚ ਰਹਿੰਦਾ ਸੀਗਾ ਕਿ ਕਦੋਂ ਇਹ ਪਰਿਵਾਰ ਦੇ ਵਿੱਚੋਂ ਮੇਰਾ ਜਿੱਥੇ ਨਹੀਂ ਵਾਲ ਲੁਕੋ ਕੇ ਰੱਖੇ ਆ ਉਹ ਮੇਰੇ ਵਾਲ ਮੈਨੂੰ ਮਿਲ ਜਾਣ ਤਾਂ ਮੈਂ ਆਜ਼ਾਦ ਹੋ ਜਾਵਾਂ। ਭਾਵ ਕੀ ਆ, ਵਾਲਾਂ ਦੀ ਗ੍ਰਸਤ ਕਰਕੇ ਇਹਨੂੰ ਕਹਿੰਦੇ ਅਸੀਂ ਕੈਦੀ ਬਣਾ ਕੇ ਰੱਖਿਆ ਸੀਗਾ। ਪਰ ਕਹਿੰਦੇ ਇੱਕ ਵਾਰੀ ਸਮਾਂ ਐਸਾ ਕੁਦਰਤ ਵੱਲੋਂ ਬਣਿਆ ਕਿ ਅਸੀਂ ਸਾਰਾ ਪਰਿਵਾਰ ਜਿਹੜਾ ਸੀ ਕਿਤੇ ਜਾਣਾ ਸੀਗਾ, ਪਰ ਸਾਡਾ ਇੱਕ ਜਿਹੜਾ ਲੜਕਾ ਸੀਗਾ ਕਹਿੰਦੇ ਅਸੀਂ ਉਹਨੂੰ ਘਰ ਦੇ ਵਿੱਚ ਛੱਡ ਕੇ ਜਦੋਂ ਕਹਿੰਦੇ ਕਿਸੇ ਵਿਆਹ ਸ਼ਾਦੀ ਦੂਰ ਚਲੇ ਗਏ। ਲੇਕਿਨ ਜਿਹੜਾ ਸਲੇਡਾ ਸੀਗਾ ਇਹਨੇ ਉਹ ਸਮਾਂ ਦੇਖ ਕੇ ਹੈ ਨਾ ਉਸੇ ਟਾਈਮ ਕਹਿੰਦੇ ਸਾਡੇ ਲੜਕੇ ਨੂੰ ਬਹੁਤ ਸਾਰੀ ਮਾਇਆ ਦਾ ਲਾਲਚ ਦੇ ਕੇ ਜਦੋਂ ਕਹਿੰਦੇ ਸਾਨੂੰ ਇਹ ਲੜਕੇ ਵੱਲੋਂ ਇਹ ਦੱਸਿਆ ਹੈਗਾ ਕਿ ਉਹ ਜਿਹੜਾ ਸਲੇਡਾ ਸੀਗਾ ਉਹ ਕਹਿੰਦਾ ਸੀਗਾ ਕਿ ਮੈਨੂੰ ਤੁਹਾਡੇ ਪਰਿਵਾਰ ਦੇ ਵਿੱਚੋਂ ਕਿਸੇ ਦੇ ਇੱਕ ਐਸੇ ਅਜੀਬ ਗਰੀਬ ਵਾਲ ਹੈਗੇ ਆ ਜਿਹੜੇ ਉਹਨੇ ਲੁਕੋ ਕੇ ਰੱਖੇ ਆ। ਕਹਿੰਦੇ ਜੇ ਤੈਨੂੰ ਪਤਾ ਹੈਗਾ ਤਾਂ ਤੂੰ ਦੱਸ ਅਤੇ ਮੈਂ ਤੈਨੂੰ ਬਹੁਤ ਸਾਰੀ ਮਾਇਆ ਦਊਂਗਾ। ਕਹਿੰਦੇ ਬਸ ਇਸ ਲਾਲਚ ਵਿੱਚ ਆ ਗਏ। ਕਹਿੰਦੇ ਫਿਰ ਉਹ ਸਾਡਾ ਜਿਹੜਾ ਘਰ ਦਾ ਪਰਿਵਾਰ ਸੀਗਾ ਜਿਸ ਜਗ੍ਹਾ ਕਹਿੰਦੇ ਵਾਲ ਪਏ ਸੀ ਕਹਿੰਦੇ ਉਹਨੇ ਉਹ ਵਾਲ ਦੱਸ ਦਿੱਤੇ। ਜਦੋਂ ਕਹਿੰਦੇ ਉਹਦੇ ਵਾਲ ਹੱਥ 'ਚ ਆਏ ਤਾਂ ਕਹਿੰਦਾ ਵਾਲ ਲੈ ਕੇ ਜਿਹੜੇ ਸੀ ਉਹ ਰਫੂ ਚੱਕਰ ਹੋ ਗਿਆ ਸੀ। ਭਾਵ ਕੀ ਆ ਕਿ ਇਸ ਤਰ੍ਹਾਂ ਦੀਆਂ ਨਾ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਸਾਨੂੰ ਪੁਰਾਤਨ ਬਜ਼ੁਰਗਾਂ ਦੇ ਵਿੱਚੋਂ ਇਹ ਸੁਭਾਵਿਕ ਤੌਰ 'ਤੇ ਪਤਾ ਲੱਗ ਜਾਂਦਾ ਹੈਗਾ। ਪਰ ਅਗਰ ਅਸੀਂ ਹੈ ਨਾ ਪੁਰਾਤਨ ਜੋ ਗੁਰਬਾਣੀ ਦੇ ਵਿਚਾਰ ਵਾ ਜਾਂ ਉਹ ਮਹਾਨ ਸਾਖੀਆਂ ਜਿਨ੍ਹਾਂ ਦਾ ਵਰਣਨ ਸਾਨੂੰ ਪੁਰਾਤਨ ਗ੍ਰੰਥਾਂ ਦੇ ਵਿੱਚ ਮਿਲ ਜਾਂਦਾ ਹੈਗਾ, ਜਿਵੇਂ ਆਪਾਂ ਦੇਖਦੇ ਹਾਂ ਕਿ ਜਿਹੜਾ ਰਾਜਾ ਸੀਗਾ ਜਿਸ ਰਾਜੇ ਦੇ ਉੱਤੇ ਜਿਹੜਾ ਉਹ ਗਲ ਦੇ ਵਿੱਚ ਸੱਪ ਪਾ ਕੇ ਉਹਦੀ ਕਿਸੇ ਰਾਜੇ ਨੇ ਬਹੁਤ ਸਾਰੀ ਜਿਹੜੀ ਉਹ ਨਿੰਦਾ ਕਰ ਦਿੱਤੀ ਸੀ ਉਹਨਾਂ ਟਾਈਮਾਂ ਦੇ ਵਿੱਚ, ਅਤੇ ਉਹ ਰਿਸ਼ੀ ਦੇ ਸਰਾਫ ਦੇ ਵਿੱਚ ਇਹ ਦੱਸ ਦਿੱਤਾ ਸੀਗਾ ਕਿ ਇਹ ਜਿਹੜਾ ਨਾਗ ਹੈਗਾ ਇਹ 7 ਦਿਨਾਂ ਬਾਅਦ ਜਿੰਦਾ ਹੋ ਕੇ ਤੇਰੇ ਲੜੇਗਾ। ਭਾਵ ਕੀ ਆ ਉਸ ਟਾਈਮ ਜਿਹੜੀ ਖੇਡ ਵਰਤੀ ਸੀ ਹੈ ਨਾ ਉਹਦੇ ਵਿੱਚ ਉਹ ਜਿਹੜਾ ਨਾਗ ਸੀਗਾ ਉਹ ਤਸ਼ਕ ਦਾ ਰੂਪ ਧਾਰਨ ਕੀਤਾ ਸੀਗਾ। ਅਤੇ ਤਸ਼ਕ ਨਾਗ ਭਾਵ ਕਿ ਉਹ ਨਾਗ ਜਿਹਨੂੰ ਅਸੀਂ ਇੱਛਾਧਾਰੀ ਨਾਗ ਕਹਿ ਦਿੰਦੇ। ਵੈਸੇ ਮਹਾਂਪੁਰਖਾਂ ਦੇ ਦੱਸਣ ਅਨੁਸਾਰ ਜਿਹੜਾ ਤਸ਼ਕ ਨਾਗ ਹੁੰਦਾ ਹੈ ਨਾ ਇਹਦਾ ਰੰਗ ਸੁਨਹਿਰੀ ਹੁੰਦਾ ਹੈਗਾ, ਇਹ ਸੋਨੇ ਦੀ ਤਰ੍ਹਾਂ ਇਹ ਚਮਕਦਾ ਹੈਗਾ। ਇਸ ਕਰਕੇ ਇਹਦੀ ਇਹ ਨਿਸ਼ਾਨੀ ਹੈ ਕਿ ਜਿਹੜਾ ਸੋਨੇ ਦੀ ਤਰ੍ਹਾਂ ਚਮਕਦਾ ਹੈਗਾ ਕਿਸੇ ਵੀ ਰੂਪ ਦੇ ਵਿੱਚ ਹੋ ਸਕਦਾ ਹੈਗਾ। ਸੋ ਪੁਰਾਤਨ ਗ੍ਰੰਥਾਂ ਦੇ ਵਿੱਚ ਇਸ ਨਾਗ ਨੇ ਜਦੋਂ ਆਪਣਾ ਰੂਪ ਜਿਹੜਾ ਵਟਾ ਕੇ ਖੁੰਡੀ ਬਣ ਕੇ ਰਸਤੇ ਦੇ ਵਿੱਚ ਡਿੱਗਿਆ ਸੀਗਾ, ਕਿਸ ਵਾਸਤੇ ਡਿੱਗਿਆ ਸੀਗਾ ਜਦੋਂ ਉਹਨੇ ਧਰੰਤਰ ਵੈਦ ਦੇ ਨਾਲ ਛਲ ਕਰਨਾ ਸੀਗਾ।
बस इस धनंतर वैद के छाल के तशक नाग ने फिर है ना धनंतर वैद के जिहड़ा खूंडी बाण के जो उन्हें अपने गल 'च पाई सी तो फिर वो डंग जिहड़ा सीगा पिछे धौण ते मारिया सीगा, जिहदे करके धनंतर वैद नूं जो वरदान सीगा कि जिथे उहदी नज़र जांदी आ उत्थे वो हरेक रोग का इलाज कर सकदा सीगा, पर उहदी अपनी नज़र जिहड़ी सी उहदी पिछे धौण ते नहीं सी जांदी, जिस करके धनंतर वैद दा जिहड़ा सीगा वो अंत हो गया सीगा। सो कहण तो भाव ये हैगा कि असीं किसी भी चीज़ की जो विचार करते हैं ना, इस विचार नूं असीं है ना गुरमुखां जां महापुरखां दे विच जां वो रूहां जिहड़ियां रब दे नाल जुड़ियां उन्हां नाल साझीआं कर सकते हैं, तां जो सानूं इस चीज़ का इलम हो जाए, चाहे असीं जाणदे होईए जां ना जाणदे होईए। पर बहुत सारियां घटनावां साडे जीवन दे विच भी आम घट जांदियां हैगीआं। इवें दास दी घटना हैगी कि दास एक बारी रात नूं अपने किसी मित्र दे नाल आ रहा सीगा ते तकरीबन 1:30-2 बजे का टाइम होऊगा। उस टाइम दे विच दास ने की देखा सीगा कि बिल्कुल जिहड़ा रस्ते ते असीं जा रहे सी उस रस्ते दे विच एक साध जिन्ने बड़ा सारा लंबा त्रिशूल फड़िया होया सीगा, जिहदियां बहुत भारियां जटावां सीगियां, वो चौंकड़ा मार के बिल्कुल राह दे विच समाधि ला के बैठा सीगा। पर पहलां तो दास जिहड़ा सी देख के बहुत दहल गया सीगा, काफ़ी डर गया सीगा, क्योंकि उस टाइम जिहड़ा दास दी उम्र बड़ी छोटी हुंदी सी ते स्कूल दे विच असीं पढ़दे हुंदे सीगे। पर जदों मैं ये जिहड़ा रूप उहदा देखिया सीगा उस टाइम मैं बोलिया कुछ नहीं, पर उस तो बाद जदों असीं वो रस्ता बिल्कुल उहदे कोलों दी निकल गए हाँ, लेकिन उस तो बाद फिर असीं जदों जा रहे सी ते दूसरे पासे नहर दा एक सूआ सीगा जिथे एक काले रंग का जिहड़ा आदमी बैठा होया सीगा। उस तो बाद फिर सानूं सप भी नज़र आया, लेकिन दास दे मन दे विच अजे भी प्रश्न है कि ये सलेडा भी हो सकदा जां कि कोई भूत प्रेत दी किस्म भी हो सकदी आ, क्योंकि उन्हां टाइमां दे विच ये जिहड़ियां चीज़ां सीगियां खास करके उजाड़ां दे विच हरेक नूं किसे ना किसे हिसाब नाल मिलदियां रहिंदियां सीगियां, क्योंकि दास दा जिहड़ा झुकाअ सीगा उन्हां टाइमां दे विच खास करके साखियां दे नाल ज़्यादा जुड़िया हुंदा सीगा। इस करके मैं अपने मित्र दे नाल ज़्यादा आ रहा सीगा ते उन्हां टाइमां दे विच सारी रात असीं गुरबाणी दे जां सूरबीरां दीयां साखियां सांझियां करदे आ रहे सीगे। ते बाकी जिहड़ियां ये चीज़ां हैगियां इन्हां दी होंद तां हुंदी आ, लेकिन ये चीज़ां क्योंकि गुरबाणी दे विच है ना सानूं एक नहीं अनेकां शब्दां दुआरे जिहड़ा इन्हां चीज़ां दा ज्ञान हो जांदा हैगा। सो कहण तो भाव ये है कि अगर किसी ने कोई खोज करनी होवे तो उन्होंने पहला गुरबाणी दे नाल जोड़ेगा। जदों गुरबाणी नाल जुड़ेगा तो अगर उहदे मन दे विच जुड़दे इस चीज़ दी है ना सोझी जिहड़ी आ सुभावक आउणी शुरू हो जाती है कि वाहिगुरू तू बयान तो है, तेरी रचना बयान तो है, इस रचना दे विच तैं बेअंत जीव जंतु पैदा कीते आ ते उन्हां दे कारज किहो जे तैं सुभाव बनाते तां तू ही जाणदा हैगा, दूसरा कोई जाण नहीं सकदा। देखो जिवें अनेकां पंछी हैगे, लेकिन इन्हां पंछियां दे विच एक विचित्र पंछी बिजड़ा हैगा। जिहड़ा बिजड़ा पंछी हैगा ये देखो किवें जिहड़े है ना बिजड़े आ सलवाड़ दे किन्ने वधिया ढंग दे नाल वो घर बनाउंदा हैगा, लेकिन बाकी पंछियां विच ज्ञान नहीं है। लेकिन इन्हां बिजड़िਆਂ ਨੂੰ देख के है ना इनसानी अकल भी दंग रह जाती है कि इन्ना मजबूत घर किवें चुंझ दे नाल बुणदा हैगा। ते इहो जी टैक्नोलॉजी आ उन्हें किसी यूनीवर्सिटी चों जां किसी होर तो नहीं सीखी, पर यह तो जरूर मनना पैंदा हैगा कि ये जिहड़ा सारा गुण आ उहदे अंदर इस पंछी दे विच कुदरती है। कुदरत ने है ना उन्होंने इस तरह की सोझी दी है तां जो ये जिहड़ा काम है वो सखाले ही कर लैंदा हैगा, उन्होंने किसी तो सीखण की लोड़ नहीं पैंदी, ये सोझी उहदे अंदरों ही प्रगट हो जाती है। बस इस हिसाब दे नाल है ना असीं अपनी खोज नूं जदों अगे वधाउंदे हां फिर सानूं इस चीज़ का इलम हो जाता हैगा कि इस दुनिया दे विच जिथे एक नहीं करोड़ां तरह के भूत प्रेतां दे जिहड़े अपने साए घुमदे रहिंदे हैगे, इन्हां दे विचों एक सलेडा भी जिहड़ा हैगा ये इन्हां एक भूतां प्रेतां दी किस्म दे विचों आ जांदा, जिहनूं असीं बहरूपिया भी कह दिंदे हां। पर ये अपने है ना कई रूप धारण तां कर लैंदा हैगा, पर खास करके ये किसी इंसान दा वो इंसान जिहड़ा बिल्कुल नहीं डरदा है ना उहदा नुकसान नहीं पहुँचा सकदा। क्यों वैसे तो इंसान का तपबल इन्ना उच्चा होना चाहिए है कि वाहिगुरू ने एक इंसानी जूनी ऐसी बनाती है कि जेड़ तो हरेक चीज़ भै खाती है, चाहे वह जंगली जानवर शेर तो हाथी भी क्यों ना हो, क्योंकि इंसान के अंदर ऐसी सोझी वाहिगुरू जी ने पाई है कि हरेक चीज़ जो इंसान नूं तकदी है ना तकण दे विच मजबूर हो जाती है कि अगर मैं इनू हथ पाऊँगा तो ये जो इंसान हैगा है ना ये मेरे वास्ते खतरा भी हो सकता, कुछ भी कर सकता हैगा। इस करके गुरबाणी दे अंदर सिर्फ इहो ही नर नरैणी देही हैगी आ जिहनूं देवते भी लोचदे आ। क्यों इस देही दे अंदर है ना ऐसी
ਜੋ ਗੁਣ ਵਾਹਿਗੁਰੂ ਜੀ ਨੇ ਭਰੇ ਅਸੀਂ ਸਪਿਰਟ ਪੜੀ ਹੈ ਨਾ, ਜਿਹਦੇ ਵਿੱਚ ਗੁਰਬਾਣੀ ਸਾਨੂੰ ਦੱਸਦੀ ਹੈ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਕਿ ਜੋ ਬ੍ਰਹਮੰਡ ਦੇ ਵਿੱਚ ਵਿਚਰ ਰਿਹਾ ਹੈ ਨਾ ਉਹੀ ਸਾਡੇ ਇਸ ਪਿੰਡ ਦੇ ਵਿੱਚ, ਸਾਡੇ ਸਰੀਰ 'ਚ, ਸਾਡੀ ਸਪਿਰਟ ਦੇ ਅੰਦਰ ਆ। ਪਰ ਜਿਹੜਾ ਖੋਜਦਾ ਹੈ ਨਾ ਉਹਨੂੰ ਹੀ ਇਸ ਚੀਜ਼ ਦਾ ਗਿਆਨ ਹੋ ਜਾਂਦਾ ਹੈਗਾ। ਹੁਣ ਬਿਨਾਂ ਖੋਜੇ ਤੋਂ ਅਸੀਂ ਜਿਹੜਾ ਹੈ ਨਾ ਕਿਸੇ ਨੂੰ ਕਹਿ ਦਈਏ ਕਿ ਇਸ ਤਰ੍ਹਾਂ ਨਹੀਂ ਹੁੰਦਾ ਜਾਂ ਹੁੰਦਾ ਹੈਗਾ, ਇਹ ਗੱਲ ਜਿਹੜੀ ਹੈ ਨਾ ਕਹਿ ਕੇ ਅਸੀਂ ਆਪਣੀ ਜ਼ਿੰਮੇਵਾਰੀ ਤੋਂ ਪਰੇ ਹੋ ਜਾਂਦੇ ਹਾਂ। ਪਰ ਜਿਹੜੇ ਪੱਛਮ ਦੇ ਵਿਦਵਾਨ ਹੈਗੇ ਆ ਉਹ ਕਿਸੇ ਵੀ ਗੱਲ ਨੂੰ ਜਦ ਤੱਕ ਉਹਦੀ ਗਹਿਰਾਈ ਤੱਕ ਨਾ ਜਾਣ ਉਹ ਉਹਨੂੰ ਛੱਡਦੇ ਨਹੀਂ। ਇਸੇ ਕਰਕੇ ਅੱਜ ਦਿਨ ਦੀਆਂ ਜਿੰਨੀਆਂ ਵੀ ਖੋਜਾਂ ਸਾਇੰਸ ਦੀਆਂ ਹੈਗੀਆਂ ਇਹ ਪੱਛਮ ਦੇ ਉਹਨਾਂ ਰੂਹਾਂ ਦਾ ਜਿਹੜਾ ਹੈ ਨਾ ਇਹ ਸਿੱਟਾ ਹੈਗਾ, ਜਿਹਦੇ ਕਰਕੇ ਦੁਨੀਆ ਜਿਹੜੀ ਹੈ ਨਾ ਸੁਖੀ ਹੈਗੀ ਆ। ਪਰ ਸਾਡੇ ਪੁਰਾਤਨ ਜਿਹੜੇ ਬਜ਼ੁਰਗ ਵਾ ਉਹਨਾਂ ਦੀ ਜਿਹੜੀ ਖੋਜ, ਕਿਉਂਕਿ ਉਹ ਅੰਤਰਮੁਖੀ ਰਹੀ ਆ, ਇਸ ਕਰਕੇ ਉਹ ਉਸ ਖੋਜ ਦੇ ਆਧਾਰ ਦੇ ਉੱਤੇ ਹੈ ਨਾ ਉਹ ਐਸੀ ਅਦ੍ਰਿਸ਼ ਦੁਨੀਆ ਦੇ ਨਾਲ ਜੁੜਦੇ ਆ ਜਿਨ੍ਹਾਂ ਨੂੰ ਜੁੜਨ ਦੇ ਨਾਲ ਉਹਨਾਂ ਦੇ ਅੰਦਰ ਜਿਹੜਾ ਉਹਨਾਂ ਦਾ ਗਿਆਨ ਹੈ ਨਾ ਸੁਭਾਵਿਕ ਹੀ ਪ੍ਰਾਪਤ ਹੋ ਜਾਂਦਾ। ਜਿਵੇਂ ਹੁਣ 84 ਲੱਖ ਜੂਨਾਂ ਦੀ ਅਸੀਂ ਗੱਲ ਕੀਤੀ ਆ, ਲੇਕਿਨ ਇਹਦੇ ਵਿੱਚ ਗੁਰਬਾਣੀ ਨੇ ਦੱਸਿਆ ਹੈ ਕਿ 42 ਲੱਖ ਜੂਨਾਂ ਪਾਣੀ 'ਚ 42 ਲੱਖ ਬਾਹਰ ਹੈ। ਲੇਕਿਨ ਉਸ ਟਾਈਮ ਅਸੀਂ ਸੋਚਦੇ ਹਾਂ ਵੀ ਕਿਹੜਾ ਐਸਾ ਜਿਹੜਾ ਮੀਟਰ ਸੀਗਾ ਜਾਂ ਕਿਹੜੀ ਐਸੀ ਟੈਕਨੋਲੋਜੀ ਸੀ ਜਿਹਦੇ ਵਿੱਚ ਇਹ ਚੀਜ਼ਾਂ ਕੱਢੀਆਂ ਗਈਆਂ ਕਿ ਜਿਹੜੀਆਂ 18 ਲੱਖ ਬਨਸਪਤੀ ਹੈ ਜਾਂ ਲੱਖਾਂ ਧਰਤੀਆਂ, ਲੱਖਾਂ ਚੰਦਰਮੇ, ਲੱਖਾਂ ਸੂਰਜ, ਪਤਾਲ ਲੱਖ ਗਾਸਾਂ ਗਾਸ, ਇਹੋ ਜਿਹੀ ਕਿਹੜੀ ਚੀਜ਼ ਹੈਗੀ ਆ। ਜਿਵੇਂ ਅਸੀਂ ਬਲ ਰਾਜੇ ਦੀ ਕਥਾ ਸੁਣਦੇ ਉਹਦੇ ਵਿੱਚ ਦੱਸੇ ਆ ਗੁਰਬਾਣੀ ਵਿੱਚ ਬਹੁਤ ਜਗ੍ਹਾ ਦੇ ਉੱਤੇ ਸਾਨੂੰ ਇਹ ਚੀਜ਼ ਦੇ ਹਵਾਲੇ ਮਿਲਦੇ ਆ ਕਿ ਬਲ ਰਾਜੇ ਦਾ ਜਿਹੜਾ ਰਾਜ ਹੈ ਨਾ 7ਵੇਂ ਪਤਾਲ ਦੇ ਵਿੱਚ ਹੈਗਾ। ਪਰ ਅੱਜ ਦੀ ਸਾਇੰਸ ਦੇ ਜਿੰਨੇ ਵੀ ਜੋ ਸਾਧਨ ਬਣੇ ਆ ਇਸ ਸਮੁੰਦਰ ਦੇ ਵਿੱਚ ਜਾਣ ਵਾਸਤੇ, ਅਜੇ ਤੱਕ ਇਸ ਤਰ੍ਹਾਂ ਦਾ ਕੋਈ ਪਤਾਲ ਉਹਨਾਂ ਨੂੰ ਨਹੀਂ ਲੱਭਾ। ਪਰ ਇਹਦਾ ਮਤਲਬ ਇਹ ਨਹੀਂ ਹੈ ਕਿ ਇਹ ਚੀਜ਼ਾਂ ਨਹੀਂ ਹੈਗੀਆਂ। ਕਿਉਂਕਿ ਇਹ ਚੀਜ਼ਾਂ ਜਿਹੜੀਆਂ ਹਨ ਅੰਦਰ ਰੂਹਾਨੀਅਤ ਦੇ ਅੰਦਰ ਖੁੱਲ੍ਹਦੀਆਂ, ਗਿਆਨ ਦੇ ਅੰਦਰ ਖੁੱਲ੍ਹਦੀਆਂ ਹੈਗੀਆਂ। ਕਿਉਂਕਿ ਇਹ ਜੋ ਸਰੀਰ ਆ, ਜੋ ਦੁਨੀਆ ਹੈਗੀ ਆ, ਇਹ ਸਾਰਾ ਕੁਛ ਸਾਡੇ ਅੰਦਰ ਦਾ ਪਰਛਾਵਾਂ ਇਹ ਸਾਨੂੰ ਗੁਰਮੁਖ ਦੱਸਦੀ ਆ। ਕਿ ਬਾਹਰ ਜੋ ਵੀ ਅਸੀਂ ਦੇਖਦੇ ਹਨ ਇਹ ਸਾਰਾ ਜਿਹੜੀ ਨਕਲ ਹੈਗੀ ਆ, ਭਾਵ ਕੀ ਆ, ਇਹ ਪਰਛਾਵਾਂ ਹੈਗਾ। ਲੇਕਿਨ ਅਸਲ ਗਿਆਨ ਜੋ ਅਸਲ ਚੀਜ਼ ਹਨ ਉਹ ਸਾਡੇ ਹਿਰਦੇ ਦੇ ਵਿੱਚ ਆ, ਜਿਹਨੂੰ ਅਸੀਂ ਸਿਮਰਨ ਸਾਧਨਾ ਦੇ ਨਾਲ ਹੈ ਨਾ ਪ੍ਰਗਟ ਕਰ ਸਕਦੇ ਹਾਂ। ਅਤੇ ਸਾਨੂੰ ਇਸ ਗੱਲ ਦੀ ਫਿਰ ਸੋਝੀ ਸੁਭਾਵਿਕ ਹੀ ਹੋ ਜਾਂਦੀ ਹੈ। ਸਾਨੂੰ ਇਹ ਪਤਾ ਲੱਗ ਜਾਂਦਾ ਹੈਗਾ ਕਿ ਜੋ ਬ੍ਰਹਮੰਡੇ ਸੋਈ ਪਿੰਡੇ ਜੋ ਖੋਜੇ ਸੋ ਪਾਵੇ, ਜਿਹੜਾ ਖੋਜਦਾ ਉਹਨੂੰ ਇਸ ਚੀਜ਼ ਦਾ ਇਲਮ ਪ੍ਰਾਪਤ ਹੋ ਜਾਂਦਾ ਹੈਗਾ। ਇਸ ਕਰਕੇ ਸਿਮਰਨ ਅਭਿਆਸ ਦੇ ਅੰਦਰ ਹਨ ਜਦੋਂ ਵੀ ਅਸੀਂ ਕਿਸੇ ਚੀਜ਼ ਦਾ ਚਿਤਵਨ ਕਰਦੇ ਹਾਂ ਉਹ ਜਿਹੜੀ ਚੀਜ਼ ਹੈ ਨਾ ਸਾਡੇ ਮੂਹਰੇ ਪ੍ਰਗਟ ਹੋ ਜਾਂਦੀ ਆ। ਉਹ ਸੂਖਮ ਰੂਪ ਵਿੱਚ ਵੀ ਹੋ ਜਾਂਦੀ ਆ, ਸਥੂਲ ਰੂਪ ਵਿੱਚ ਹੋ ਜਾਂਦੀ ਆ। ਜਿਵੇਂ ਸਿੱਧ ਸਮਾਧੀਆਂ ਲਾ ਕੇ ਹੈ ਨਾ ਆਪਣੇ ਆਪ ਨੂੰ ਸੂਖਮ ਸਭ ਤੋਂ ਛੋਟੇ ਤੋਂ ਛੋਟਾ ਵੀ ਬਣਾ ਸਕਦੇ ਅਤੇ ਸਭ ਤੋਂ ਉੱਚਾ ਵੀ ਬਣਾ ਸਕਦੇ। ਜਿਵੇਂ ਅਸੀਂ ਦੇਖਦੇ ਹਾਂ ਕਿ ਜਦੋਂ ਬਲ ਰਾਜੇ ਦਾ ਟਾਈਮ ਆਇਆ ਸੀਗਾ ਉਸ ਟਾਈਮ ਵਿਸ਼ਨੂੰ ਭਗਵਾਨ ਨੇ ਪਹਿਲਾਂ ਆਪਣਾ ਸੂਖਮ ਰੂਪ ਬਣਾਇਆ ਸੀਗਾ 52 ਉਂਗਲਾਂ, ਇੱਕ ਪੰਡਤ ਦਾ ਬ੍ਰਾਹਮਣ ਦਾ ਰੂਪ ਬਣਾ ਕੇ 4 ਵੇਦਾਂ ਦਾ ਲਾਪ ਕੀਤਾ। ਲੇਕਿਨ ਬਾਅਦ ਦੇ ਵਿੱਚ ਆਪਣਾ ਜਿਹੜਾ ਵਿਕਰਾਲ ਰੂਪ ਧਾਰਨ ਕੀਤਾ, ਇਸ ਰੂਪ ਦੇ ਵਿੱਚ ਉਸ ਵਿਸ਼ਨੂੰ ਭਗਵਾਨ ਨੇ ਹਨ ਦੱਸਦੇ ਆ ਕਿ 2 ਕਰਮਾਂ ਦੇ ਵਿੱਚ 3 ਲੋਕੀ ਨਾਪ ਦਿੱਤੇ। ਲੇਕਿਨ ਜਿਹੜੀ ਅੱਧੀ ਕਰਮ ਸੀਗੀ ਉਹ ਅੱਧੀ ਕਰਮ ਬਲ ਰਾਜੇ ਦੇ ਉੱਪਰ ਪੈਰ ਰੱਖ ਕੇ ਉਹਨੂੰ 7ਵੇਂ ਪਤਾਲ ਦੇ ਅੰਦਰ ਧੱਕ ਦਿੱਤਾ। ਭਾਵ ਕੀ ਆ, ਇਹ ਜਿਹੜਾ ਗਿਆਨ ਹੈ ਨਾ ਇਹ ਅਸਲ ਗਿਆਨ ਹੈ। ਇਹ ਸਿਰਫ ਕੇਵਲ ਅਤੇ ਕੇਵਲ ਉਹਨਾਂ ਉੱਚੀਆਂ ਰੂਹਾਂ ਨੂੰ ਹਾਸਲ ਹੋਇਆ ਜਿਹੜੀਆਂ ਰੂਹਾਂ ਦੇ ਉੱਤੇ ਵਾਹਿਗੁਰੂ ਦੀ ਮਿਹਰ ਅਤੇ ਦ੍ਰਿਸ਼ਟੀ ਹੁੰਦੀ ਆ। ਉਹਨਾਂ ਨੂੰ ਹਰੇਕ ਚੀਜ਼ ਦਾ ਇਲਮ ਹੋ ਜਾਂਦਾ। ਇਸੇ ਕਰਕੇ ਉਹਨਾਂ ਦੇ ਅੰਦਰ ਇਹ ਚੀਜ਼ ਘਰ ਕਰ ਜਾਂਦੀ ਆ ਕਿ ਵਾਹਿਗੁਰੂ ਤੇਰਾ ਸਭ ਸਦਕਾ, ਸੇਵਕ ਕੇ ਭਰਪੂਰ ਜੁਗ ਜੁਗ, ਵਾਹਿਗੁਰੂ ਤੇਰਾ ਸਭ ਸਦਕਾ। ਕਹਿੰਦੇ ਇਹ ਸਭ ਤੇਰਾ ਹੀ ਸਦਕਾ ਹੈਗਾ ਤੂੰ, ਕਿਉਂਕਿ ਆਪਣੇ ਸੇਵਕਾਂ ਨੂੰ ਜੁਗਾਂ ਜਗਾਂਤਰ ਤੱਕ ਭਰਪੂਰ ਕਰ ਦਿੰਦਾ। ਭਾਵ ਕਿ ਇਕੱਲੇ ਅੰਨ ਪਾਣੀ ਜਾਂ ਕੱਪੜੇ ਨਾਲ ਨਹੀਂ ਰਜਾਉਂਦਾ, ਉਹਨਾਂ ਨੂੰ ਇਸੇ ਗਿਆਨ ਦੇ ਨਾਲ ਰਜਾ ਦਿੰਦਾ ਹਨ ਕਿ ਇਸ ਗਿਆਨ ਦੇ ਵਿੱਚ ਹੋ ਕੇ ਉਹ ਦੁਨੀਆ ਦੇ ਅੰਦਰ ਆਪਣੇ ਜਿੰਨੇ ਵੀ ਭੂਤ ਅਤੇ ਭਵਿੱਖ ਵਾ ਇਹਨਾਂ ਸਾਰੀਆਂ ਦੀ ਖਬਰ ਜਿਹੜੀ ਹੈ ਨਾ ਉਹਨਾਂ ਨੂੰ ਆਸਾਨੀ ਨਾਲ ਹੋ ਜਾਂਦੀ ਆ। ਸੋ ਇੰਨੇ ਕੁ ਬਚਨ ਕਰਦਾ ਹੋਇਆ ਦਾਸ ਖਿਮਾ ਦਾ ਜਾਚਕ ਹੈ ਜੀ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ। ਸੋ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।